ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਨੂੰ ਮਨਪ੍ਰੀਤ ਸਿੰਘ ਬਦਨੀ ਕਲਾਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਯੂਕੇ ਦੇ ਤਾਜ਼ਾ ਹਾਲਾਤਾਂ ਬਾਰੇ ਵਿਸ਼ੇਸ਼ ਰਿਪੋਰਟ ਲੈ ਕੇ ਤੁਹਾਡੇ ਰੂਬਰੂ ਹੋਏ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਅੰਗਰੇਜ਼ੀ ਅਨੁਵਾਦ ਲੰਡਨ ਵਿੱਚ ਜਾਰੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਅੰਗਰੇਜ਼ੀ ਅਨੁਵਾਦ ਅੱਜ ਲੰਡਨ ਵਿੱਚ ਭਾਰਤ ਨਾਲ ਸੰਬੰਧਿਤ ਹੋਰ ਕਿਤਾਬਾਂ ਨਾਲ ਯੂਕੇ ਦੀ ਮਸ਼ਹੂਰ ਪੀਟਰ ਹੈਂਗਟਨ ਵੱਲੋਂ ਵਿਕਰੀ ਲਈ ਜਾਰੀ ਕੀਤਾ ਗਿਆ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਅਨੁਵਾਦ ਅਰਨੈਸਟ ਟਰੰਪ ਵੱਲੋਂ 1877 ਵਿੱਚ ਪਬਲਿਸ਼ ਕੀਤਾ ਗਿਆ ਸੀ। ਇਸ ਨੂੰ ਕਿਸੇ ਵਿਦੇਸ਼ੀ ਭਾਸ਼ਾ ਵਿੱਚ ਕੀਤੇ ਗਏ ਪਹਿਲੇ ਅਨੁਵਾਦ ਵਜੋਂ ਮੰਨਿਆ ਜਾ ਰਿਹਾ ਹੈ, ਜਿਸ ਦੀ ਕੀਮਤ 3750 ਪਾਉਂਡ ਰੱਖੀ ਗਈ ਹੈ। ਟਰੰਪ 1848 ਵਿੱਚ ਈਸਟ ਇੰਡੀਆ ਹਾਊਸ ਵਿੱਚ ਇੱਕ ਲਾਇਬ੍ਰੇਰੀਅਨ ਵਜੋਂ ਕੰਮ ਕਰਦਾ ਸੀ। 1854 ਵਿੱਚ ਉਸਨੇ ਭਾਰਤ ਦੀ ਯਾਤਰਾ ਕੀਤੀ ਅਤੇ ਭਾਸ਼ਾਵਾਂ ਦੇ ਆਧਾਰਿਤ ਕਿਤਾਬਾਂ ਤੇ ਕੰਮ ਕੀਤਾ। ਸਿੱਖ ਰਾਜ ਨੂੰ ਬ੍ਰਿਟਿਸ਼ ਰਾਜ ਵਿੱਚ ਮਿਲਾਉਣ ਤੋਂ ਬਾਅਦ ਅਰਨੈਸਟ ਟਰੰਪ ਨੇ 1869 ਵਿੱਚ ਲਾਹੌਰ ਤੋਂ ਅਨੁਵਾਦ ਦਾ ਕੰਮ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਟਰੰਪ ਹਮੇਸ਼ਾ ਹੀ ਵਿਵਾਦਾਂ ਵਿੱਚ ਫਸਿਆ ਰਿਹਾ ਹੈ। ਬ੍ਰਿਟਿਸ਼ ਰਾਜ ਮੌਕੇ ਛਪੀਆਂ ਹੋਰ ਕਿਤਾਬਾਂ ਵੀ ਪ੍ਰਕਾਸ਼ਕ ਵੱਲੋਂ ਜਾਰੀ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਸੈਰ ਸਪਾਟਾ ਬਿਰਤਾਂਤ, ਸਿੱਖਾਂ ਦੇ ਰੀਤੀ ਰਿਵਾਜਾਂ ਨੂੰ ਸਮਰਪਿਤ ਫੌਜੀ ਹੱਥ ਕਿਤਾਬਾਂ ਸਮੇਤ ਸਿੱਖ ਸੈਨਿਕਾਂ ਦੀ ਬਹਾਦਰੀ ਅਤੇ ਸਥਿਰ ਤਾਕਤ ਨੂੰ ਦਰਸਾਉਂਦੀਆਂ ਹੋਰ ਕਈ ਕਿਤਾਬਾਂ ਨੂੰ ਵੀ ਜਾਰੀ ਕੀਤਾ ਹੈ। ਪ੍ਰਕਾਸ਼ਨਾਂ ਵੱਲੋਂ ਗਿਲਨ ਮਿਸ਼ੇਲ ਨੇ ਕਿਹਾ ਕਿ ਬੀਤੇ 20 ਵਰ੍ਹਿਆਂ ਤੋਂ ਭਾਰਤੀ ਉਪ ਮਹਾਦੀਪ ਤੋਂ ਕੰਮ ਕਰਨ ਵਾਲਿਆਂ ਵਿੱਚ ਦਿਲਚਸਪੀ ਵਧੀ ਹੈ ਅਤੇ 19ਵੀਂ ਅਤੇ 20ਵੀਂ ਸਦੀ ਦੇ ਬਸਤੀਵਾਦੀ ਇਤਿਹਾਸ ਬਾਰੇ ਜਾਣਨ ਦੀ ਯੂਕੇ ਵਿੱਚ ਇੱਛਾ ਵਧੀ ਹੈ। ਪੀਟਰ ਹੈਂਗਟਨ ਦੇ ਮਾਲਕ ਪੌਮ ਹੈਂਗਟਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਅਸੀਂ ਭਾਰਤ ਤੋਂ ਕੀਤੇ ਕੰਮ ਨੂੰ ਸਮਰਪਿਤ ਹੋ ਰਹੇ ਹਾਂ। ਭਾਰਤੀ ਮੂਲ ਦੀਆਂ 5 ਮਹਿਲਾਵਾਂ ਸਮੇਤ ਯੂਕੇ ਦੀਆਂ 50 ਇੰਜੀਨੀਅਰ ਮਹਿਲਾਵਾਂ ਨੂੰ ਵੂਮਨ ਇੰਜੀਨੀਅਰ ਪੁਰਸਕਾਰ, ਯੂਕੇ ਐਟਮਿਕ ਐਨਰਜੀ ਅਥਾਰਟੀ ਦੀ ਚਿਤਰਾ ਸ਼੍ਰੀ ਨਿਵਾਸਨ ਸਮੇਤ ਭਾਰਤੀ ਮੂਲ ਦੀਆਂ 5 ਮਹਿਲਾਵਾਂ ਨੂੰ ਸਾਲ 2020 ਦੀਆਂ ਚੋਟੀ ਦੀਆਂ 50 ਮਹਿਲਾ ਇੰਜੀਨੀਅਰਾਂ ਦੀ ਸੂਚੀ ਵਿੱਚ ਸ਼ਾਮਲ ਕਰਦਿਆਂ ਵੂਮਨ ਇੰਜੀਨੀਅਰ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਸ਼੍ਰੀ ਨਿਵਾਸਨ ਯੂਕੇ AEA ਦੀ ਫਿਊਜ਼ਨ ਖੋਜ ਲੈਬ ਵਿੱਚ ਸਾਫਟਵੇਅਰ ਇੰਜੀਨੀਅਰ ਵਜੋਂ ਕੰਮ ਕਰਦੀ ਹੈ। ਇਹ ਖੋਜ ਲੈਬ ਦੱਖਣ ਪੂਰਬੀ ਇੰਗਲੈਂਡ ਦੇ ਐਬਨਿੰਗਟਨ ਨੇੜੇ ਕੁਲਹੈਮ ਸਾਇੰਸ ਸੈਂਟਰ ਵਿੱਚ ਹੈ। ਇਸ ਤੋਂ ਇਲਾਵਾ ਟਰਾਂਸਪੋਰਟ ਇੰਜੀਨੀਅਰ ਰਿਤੂ ਗਰਗ, ਭੂ ਵਿਗਿਆਨੀ ਇੰਜੀਨੀਅਰ ਬਰਨਾਲੀ ਘੋਸ਼, ਜਲਵਾਯੂ ਤਬਦੀਲੀ ਮਾਹਰ ਅਨੁਸ਼ਾ ਸ਼ਾਹ ਅਤੇ ਸੀਨੀਅਰ ਇੰਜੀਨੀਅਰ ਕੁਸਮ ਤਿਰਖਾ ਵੀ ਇਸ ਸੂਚੀ ਵਿੱਚ ਸ਼ਾਮਲ ਹੈ। ਭਾਰਤੀ ਹਾਈ ਕਮਿਸ਼ਨ ਗਾਇਤਰੀ ਈਸ਼ਰ ਕੁਮਾਰ ਲੰਡਨ ਵਿੱਚ ਪਹੁੰਚੀ। ਬਰਤਾਨੀਆ 'ਚ ਨਵੀਂ ਨਿਯੁਕਤ ਭਾਰਤੀ ਹਾਈ ਕਮਿਸ਼ਨ ਗਾਇਤਰੀ ਈਸ਼ਰ ਕੁਮਾਰ ਲੰਡਨ ਪਹੁੰਚ ਗਈ ਹੈ। ਉਹ ਇਸ ਹਫ਼ਤੇ ਆਪਣਾ ਅਹੁਦਾ ਸੰਭਾਲਣਗੇ। ਗਾਇਤਰੀ ਕੁਮਾਰ ਇਸ ਤੋਂ ਪਹਿਲਾਂ ਬੈਲਜੀਅਮ ਯੂਰਪੀ ਸੰਘ 'ਚ ਵੀ ਭਾਰਤੀ ਰਾਜਦੂਤ ਰਹਿ ਚੁੱਕੀ ਹੈ। ਉਹ ਲੰਡਨ ਸਥਿਤ ਇੰਡੀਆ ਹਾਊਸ ਵਿੱਚ ਰੁਚਿਕਾ ਸ਼ਾਮ ਦੀ ਥਾਂ ਲੈਣਗੇ। ਦੂਜਾ ਭਰਾ ਇੱਕ ਚਿੱਠੀ ਨੂੰ ਲੈ ਕੇ ਲੰਡਨ ਹਾਈ ਕੋਰਟ ਵਿੱਚ। ਬ੍ਰਿਟਨ ਦੇ ਪ੍ਰਮੁੱਖ ਕਾਰੋਬਾਰੀ ਹਿੰਦੂਜਾ ਗਰੁੱਪ ਦੇ ਭਰਾਵਾਂ ਦੀ ਜਾਇਦਾਦ ਨੂੰ ਲੈ ਕੇ ਵਿਵਾਦ ਇੰਗਲੈਂਡ ਦੀ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਹਿੰਦੂਜਾ ਪਰਿਵਾਰ ਬ੍ਰਿਟਿਸ਼ ਅਰਬਪਤੀਆਂ ਵਿੱਚ ਆਉਂਦਾ ਹੈ। ਇਸ ਕੇਸ ਨੂੰ 84 ਸਾਲਾ ਸ਼੍ਰੀ ਚੰਦ ਹਿੰਦੂਜਾ ਅਦਾਲਤ ਵਿੱਚ ਲੈ ਕੇ ਗਏ ਹਨ। ਉਸਨੇ ਆਪਣੇ ਭਰਾ GP ਹਿੰਦੂਜਾ, PP ਹਿੰਦੂਜਾ, AP ਹਿੰਦੂਜਾ ਦੇ ਖਿਲਾਫ ਕੇਸ ਦਰਜ ਕਰਵਾਇਆ ਹੈ। ਇਹ ਮੁਕੱਦਮਾ 2 ਜੁਲਾਈ 2014 ਦੇ ਇੱਕ ਪੱਤਰ ਬਾਰੇ ਹੈ, ਜਿਸ ਵਿੱਚ ਲਿਖਿਆ ਸੀ ਕਿ ਹਰ ਭਰਾ ਦੇ ਨਾਂ ਦੀ ਜਾਇਦਾਦ ਤੇ ਚਾਰੇ ਭਰਾਵਾਂ ਦਾ ਹਿੱਸਾ ਹੋਵੇਗਾ। ਇਸੇ ਤਰ੍ਹਾਂ ਜੁਲਾਈ 2014 ਦਾ ਇੱਕ ਹੋਰ ਪੱਤਰ ਵੀ ਇਸ ਵਿਵਾਦ ਨਾਲ ਜੁੜਿਆ ਹੋਇਆ ਹੈ। ਸ਼੍ਰੀ ਚੰਦ ਹਿੰਦੂਜਾ ਨੇ ਆਪਣੀ ਅਪੀਲ ਵਿੱਚ ਇਹਨਾਂ ਦਸਤਾਵੇਜ਼ਾਂ ਨੂੰ ਕਾਨੂੰਨੀ ਤੌਰ ਤੇ ਰੱਦ ਕਰਨ ਦੀ ਮੰਗ ਕੀਤੀ ਹੈ। ਉਹਨਾਂ ਕਿਹਾ ਕਿ ਦਸਤਾਵੇਜ਼ ਨਾ ਤਾਂ ਵਸੀਅਤ ਹਨ ਅਤੇ ਨਾ ਹੀ ਪਾਵਰ ਅਟਾਰਨੀ ਅਤੇ ਨਾ ਹੀ ਕੋਈ ਹੋਰ ਕਾਨੂੰਨੀ ਦਸਤਾਵੇਜ਼ ਹਨ। ਉਹਨਾਂ ਦਸਤਾਵੇਜ਼ਾਂ ਦੀ ਵਰਤੋਂ ਨੂੰ ਰੋਕਣ ਲਈ ਵੀ ਅਦਾਲਤ ਨੂੰ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ। ਹਾਈ ਕੋਰਟ ਦੇ ਚਾਂਸਰੀ ਡਿਵੀਜ਼ਨ ਵਿੱਚ ਮਾਮਲੇ ਦੀ ਸੁਣਵਾਈ ਕਰਦਿਆਂ ਜਸਟਿਸ ਫੋਕ ਨੇ ਕੋਈ ਆਦੇਸ਼ ਜਾਰੀ ਕਰਨ ਤੋਂ ਇਨਕਾਰ ਕਰਦਿਆਂ ਹਿੰਦੂਜਾ ਦੀ ਬੇਟੀ ਵੀਨੂ ਨੂੰ ਮੁਕੱਦਮੇ ਵਿੱਚ ਆਪਣੇ ਪਿਤਾ ਦੀ ਬਿਮਾਰੀ ਕਾਰਨ ਉਹਨਾਂ ਦੇ ਹਿੱਤਾਂ ਦੀ ਰੱਖਿਆ ਕਰਨ ਦੀ ਆਗਿਆ ਦੇ ਦਿੱਤੀ ਹੈ। ਜ਼ਿਕਰਯੋਗ ਹੈ ਕਿ 2020 ਅਮੀਰ ਸੂਚੀ ਵਿੱਚ ਹਿੰਦੂਜਾ ਗਰੁੱਪ ਆਫ ਕੰਪਨੀ ਦਾ ਸੰਚਾਲਨ ਕਰਨ ਵਾਲੇ ਹਿੰਦੂਜਾ ਭਰਾਵਾਂ ਕੋਲ 16 ਅਰਬ ਪਾਉਂਡ ਦੀ ਜਾਇਦਾਦ ਦਾ ਖੁਲਾਸਾ ਹੋਇਆ ਸੀ। ਬਰਤਾਨੀਆ ਦੀ ਸੰਸਦ ਵਿੱਚ MP ਤਨਮਨਜੀਤ ਸਿੰਘ ਢੇਸੀ ਨੇ ਵੈਂਡਰਿਸ਼ ਘਪਲੇ ਦਾ ਮਾਮਲਾ ਉਠਾਉਂਦਿਆਂ ਸਰਕਾਰ ਤੇ ਦੋਸ਼ ਲਾਇਆ ਕਿ ਇਸ ਵਿੱਚ ਪੀੜਤਾਂ ਨੂੰ ਤੈਅ ਕੀਤਾ ਗਿਆ ਮੁਆਵਜ਼ਾ ਅਜੇ ਤੱਕ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਸਿਰਫ ਹਜੇ ਤੱਕ 60 ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ, ਜਦਕਿ ਬਾਕੀ ਲੋਕ ਹਜੇ ਵੀ ਇਨਸਾਫ ਦੀ ਉਡੀਕ ਕਰ ਰਹੇ ਹਨ। ਜਿਸ ਦੇ ਜਵਾਬ ਵਿੱਚ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਸਾਬਕਾ ਲੇਬਰ ਸਰਕਾਰ ਤੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਦਾ ਮਾਹੌਲ ਪੈਦਾ ਕਰਨ ਦਾ ਦੋਸ਼ ਲਾਇਆ। ਮਨਜੀਤ ਸਿੰਘ ਢੇਸੀ
Thank you very much. Mr Deputy Speaker, the immoral Windrush scandal occurred because of the Tory government's hostile environment policy, and despite right honourable members and community organisations demanding justice for more than 2 years now for the tens of thousands of victims, of the mere 1,275 people who have claimed compensation thus far, only 60 payments have been made, and 529 people have had to wait for more than a year. So does the Home Secretary concede that this just about neatly sums up the attitude of this government and the contempt in which it holds long-suffering individuals? And just like with the hapless victims of the deadly Grenfell fire tragedy, this callous government has no intention whatsoever of delivering full, proper and timely justice for those who have been so unconscionably wronged. Secretary. Thank you, Mr Deputy Speaker. Well, if I may, can I just say that I dispute and disagree with the honourable gentleman's tone and his comments. I'm not sure if he has read Wendy Williams's review itself. I don't think so. The Honourable Lady would let me respond to the Honourable Gentleman's question without intervening. There are plenty of examples in the report, as stated by Wendy Williams, that lessons should be learned by all political parties. And in fact, in this report itself, there are quotes and attributes back to as far back as 2009 to a previous Labour government around the hostile environment, and there are many quotes, in fact, with regards to other members of the then Labour government who expressed the desire to make the UK a hostile environment, wanting to make those living here illegally ever more uncomfortable, the need to flush out illegal immigrants. This is the type of language right now we should not be using, and I hope that the honourable gentleman, having listened to my statement, understands the complexities around individual cases and how we are working to get justice and provide compensation for individuals. That approach is the right approach. That approach has been based upon stakeholder engagement with the victims of the Windrush generation itself. That is the right approach going forward, and I'm very sorry that the honourable gentleman has chosen to politicise this in such an unhelpful and unconstructive way. सन एमपी तनमनजीत सिंह ढेसी ते इन्हां दा जवाब दे रहे सन गृह मंत्री प्रीति पटेल। गुरुद्वारा साहिब खोलण लई जारी सरकारी दिशा निर्देशों संबंधी सिख फाउंडेशन यूके वालों सरकार नूं चिट्ठी। सिख फाउंडेशन यूके ने कोरोना वायरस कारण की गई तालाबंदी विच ढिल दिंदे 4 जुलाई तो गुरुद्वारा साहिब मुकम्मल तौर पर खोले जाण अते आनंद काज समागम शुरू करन नूं लैके प्रधानमंत्री बोरिस जॉनसन के बयान का स्वागत किया है। चेयरमैन भाई अमरीक सिंह गिल ने उक्त पत्र में कहा कि सरकार के दिशा निर्देश जारी करदे सिख मर्यादा ध्यान नहीं रखा गया, जिस में खास तौर पर कीर्तन करन, कड़ाह प्रसाद और लंगर वरताउण की आग्या ना होनी शामिल है। उन्होंने कहा कि तालाबंदी दौरान गुरुद्वारिਆਂ ਵਿੱਚ ਲੋੜਵੰਦਾਂ ਲਈ रोजाना लंगर बनाया जाता रहा और वंडिया जाता रहा तो जो अजे भी जारी है। उन्होंने कहा कि जे रेस्टोरेंटां ਵਿੱਚ बैठ के लोग भोजन खा सकते हैं तो गुरुद्वारिਆਂ ਵਿੱਚ क्यों नहीं। उन्होंने कहा कि कड़ाह प्रसाद सिख परंपरावां का एक अहम हिस्सा है, सरकार इस बारे क्यों ध्यान नहीं दे रही। उक्त पत्र में यह भी कहा गया कि विआह समागम में 30 लोगों के शामिल होने की आग्या दी गई है, जबकि यूके के बहुत सारे गुरु घरों में समाजिक दूरी को यकीनी बना के 50 तो 100 लोगों के बैठने की थां भी मौजूद है। भाई गिल ने धार्मिक मामलों के मंत्री रॉबर्ट जेनरिक समेत कई सीनियर लेबर लीडरों को भी उक्त पत्र भेज के 4 जुलाई तो पहला नवे दिशा निर्देश जारी करने की मांग की है। यूके में कोविड-19 कारण 154 होर मौतां। यूके में बीते 24 घंटिया में कोविड-19 तो प्रभावित 154 होर मरीजों दी मौतां हुई हैं, जिस नाल यूके में मौतों का कुल आंकड़ा 43,081 तक पहुँच गया है। बीते कल 2,32,086 टेस्ट हुए हैं, जबकि 653 नवे मामले सामने आए हैं। इसी यूके तो ताज़ा हालातों बारे रिपोर्ट। हुंदे मनप्रीत सिंह बदनी कलां नूं इजाजत अते तुसीं वेखदे रहो अजीत वैब टीवी। धन्नवाद।